चलिए परदेस प्रोग्राम च तुहाडा सब दा स्वागत है। अज असीं तुहानूं लैके चल रहे हैं GSH ग्रुप बिल्ड फ्यूचर। GSH ग्रुप ने सब तो पहला शुरुआत की अपने सेंटर की बठिंडा तो, उस तो बाद बरनाले ते हुण GSH ग्रुप हुण शुरू होया है मलेरकोटला विखे भी। इत्थे हर तरह दी इमीग्रेशन सर्विसेज उपलब्ध करवाईयां जांदियां ने। इस दे नाल बाहर जाने वाले विद्यार्थियों नूं IELTS की कोचिंग भी दित्ती जांदी है। PR, स्टडी वीज़ा, स्पाउस वीज़ा, विजिटर वीज़ा, वर्क परमिट, हर तरह दी इमीग्रेशन दे नाल रिलेटेड सर्विसेज इत्थे मुहैया करवाईयां जांदियां ने। साडी टीम ने इत्थों दे स्टाफ नाल गलबात कीती। इत्थों दा स्टाफ बेहद मेहनती ते तजुर्बेकार है। साडी टीम ने इत्थों कोचिंग हासिल कर रहे विद्यार्थियों नाल भी गलबात कीती, जिन्हां ने GSH ग्रुप की बेहद तारीफ की। साडी टीम ने GSH ग्रुप मलेरकोटला दे हेड नाल गलबात कीती। प्रदेश प्रोग्राम तुहाडा स्वागत है। अज असीं आए हां GSH ग्रुप, एक ऐसा नाम जिन्होंने पिछले लंबे समय तो सेवावां अपनी शुरू की, पहला बठिंडा दे विच, फिर बरनाला और मलेरकोटला। और केवल विद्या का दान ही नहीं, केवल IELTS ही नहीं, उहदे नाल नाल बाहर जाने के लिए एक वधिया नैटवर्क इन्हां दा देना, स्टडी वीज़ा, विजिटर वीज़ा, स्पाउस वीज़ा, वर्क परमिट, ओपन वर्क परमिट, सारी सेवावां इक्को रूफ के थले, इक्को छत के थले दे रहे हैं। और असीं गल कर रहे हैं इत्थों के जिहड़े हैड ने GSH ग्रुप मलेरकोटला दे। ਵੀਰ ਜੀ ਤੁਹਾਡਾ ਸਵਾਗਤ ਹੈ ਸਾਡੇ ਸਪੈਸ਼ਲ ਸ਼ੋਅ 'ਚ। ਬਾਈ ਜੀ, ਜਿਸ ਤਰੀਕੇ ਦੇ ਨਾਲ ਅੱਜ ਇਹ ਜਿਹੜੀ GSH ਗਰੁੱਪ ਹੈ, ਛੋਟਾ ਜਿਹਾ ਬੂਟਾ ਜਿਹੜਾ ਲੱਗਿਆ ਸੀਗਾ, ਸ਼ਾਨਦਾਰ ਪੇੜ ਦਾ ਰੂਪ ਧਾਰਨ ਕਰ ਚੁੱਕਿਆ ਔਰ ਹਰ ਪਾਸੇ ਸੇਵਾਵਾਂ ਜਿਹੜੀਆਂ ਹੈਗੀਆਂ ਚਾਲੂ ਨੇ। ਔਰ ਇਸ ਜਗ੍ਹਾ ਦੇ ਉੱਪਰ ਜਿੱਥੇ ਕਿ ਤੁਸੀਂ ਬਹੁਤ ਹੀ ਘੱਟ ਫੀਸਾਂ ਦੇ ਵਿੱਚ, ਉਹ ਫੀਸਾਂ ਜਿਹੜੀਆਂ ਕਿ ਬੱਚਿਆਂ ਨੂੰ ਬਹੁਤ ਮਹਿੰਗੀ ਫੀਸਾਂ ਭਰਨੀਆਂ ਪੈਂਦੀਆਂ ਸੀ, ਬਾਹਰ ਜਾਣਾ ਪੈਂਦਾ ਸੀਗਾ, ਔਰ ਮਲੇਰਕੋਟਲਾ ਤੁਸੀਂ ਲੈ ਕੇ ਆਏ ਹੋ ਇੰਨੀ ਸਸਤੀ ਫੀਸ। ਕੀ ਕਹਿਣਾ ਚਾਹੋਗੇ ਕਿ ਹੁਣ ਤਾਂ ਦੀਵਾਲੀ ਆਫਰ ਜਿਹੜੀ ਹੈਗੀ ਉਹ ਵੀ ਤੁਹਾਡੀ ਸੀਗੀ, ਹੁਣ ਗੁਰਪੁਰਬ ਦਾ ਅੱਗੇ ਤੁਸੀਂ ਅਟੈਚ ਕਰ ਰਹੇ ਹੋ। ਮਤਲਬ ਇਹ ਇੱਕ ਐਸੀ ਇੰਸਟੀਟਿਊਸ਼ਨ ਹੈ ਜਿਹਦਾ ਮੰਤਵ ਇਹ ਹੈ ਕਿ ਅਸੀਂ ਬੱਚਿਆਂ ਨੂੰ ਕੁਆਲਿਟੀ ਐਜੂਕੇਸ਼ਨ ਦੇਣੀ ਹੈ ਘੱਟ ਰੇਟਾਂ 'ਚ। ਨੋਰਮਲੀ ਆਪਣੀ ਫੀਸ ਜੀ 4500 ਸੀ, ਬਟ ਆਪਾਂ ਦੀਵਾਲੀ ਕਰਕੇ ਆਪਾਂ ਬੱਚਿਆਂ ਦੀ ਵੀ 3500 ਰੱਖਤੀ ਤੇ ਆਉਣ ਵਾਲੇ ਗੁਰਪੁਰਬ ਤੱਕ ਆਪਾਂ 35 ਹੀ ਰੱਖਾਂਗੇ। ਜਿਸ ਤਰੀਕੇ ਦੇ ਨਾਲ ਟੀਚਰਸ ਜਿਹੜੇ ਐਕਸਪੀਰੀਅੰਸ ਟੀਚਰਸ ਨੇ ਔਰ ਉਹਨਾਂ ਦਾ ਮੰਤਵ ਕੇਵਲ IELTS ਦੇ ਬੈਂਡ ਦਿਲਾਉਣਾ ਨਹੀਂ, ਬਲਕਿ ਇਨਸਾਨ ਬਣਾਉਣਾ, ਬੱਚਿਆਂ ਨੂੰ ਕਿੱਦਾਂ ਉਹਨਾਂ ਦੀ ਬੋਡੀ ਲੈਂਗੁਏਜ ਚੇਂਜ ਕਰਨੀ ਆ, ਕਿੱਦਾਂ ਉਹਨਾਂ ਦੀ ਪਰਸਨੈਲਿਟੀ ਡਿਵੈਲਪਮੈਂਟ ਕਰਨੀ ਹੈ, ਕਿੱਦਾਂ ਉਹਨਾਂ ਨੇ ਬਾਹਰਲੇ ਮੁਲਕ ਜਾ ਕੇ ਨਵੇਂ ਲੋਕਾਂ ਦੇ ਨਾਲ ਮਿਲਣਾ, ਕਿੱਦਾਂ ਉਹਨਾਂ ਦੇ ਨਾਲ ਕਮਿਊਨੀਕੇਸ਼ਨ, ਉਹਨਾਂ ਦੇ ਸਕਿੱਲਸ ਨੂੰ ਕੈਮ ਕਰਨਾ ਹੈਗਾ, ਸਾਰਾ ਕੁਝ ਕਰਾਉਂਦੇ। ਜਿਵੇਂ ਕਿ ਆਪਾਂ GSH ਇੰਸਟੀਚਿਊਟ ਹੈ, ਇੱਕ ਬ੍ਰਾਂਚ ਖੋਲੀ ਆਪਾਂ ਨੇ, ਇਹਦਾ ਹੈੱਡ ਆਫਿਸ ਹੈਗਾ ਜੀ ਬਠਿੰਡਾ। ਆਪਣੇ 4 ਬ੍ਰਾਂਚਾਂ ਨੇ, ਬਠਿੰਡਾ, ਬਰਨਾਲਾ, ਬਾਜਾਖਾਨਾ ਤੇ ਮਲੇਰਕੋਟਲਾ। ਹਜੇ ਇੱਕ ਮੰਥ ਪਹਿਲਾਂ ਹੀ ਆਪਾਂ ਇੱਕ ਬ੍ਰਾਂਚ ਖੋਲੀ ਹੈ। ਮਤਲਬ ਆਪਣੇ ਹਰੇਕ ਬ੍ਰਾਂਚ ਦੇ ਵਿੱਚ ਤੁਸੀਂ ਐਂ ਮੰਨ ਲਓ ਕਿ ਆਪਾਂ ਫੈਮਿਲੀ ਦੇ ਵਾਂਗੂ ਰਹਿੰਦੇ ਹਾਂ। ਕੋਈ ਐਵੇਂ ਨਹੀਂ ਹੈਗਾ ਮਤਲਬ ਵੀ ਕੋਈ ਬੱਚਾ ਮਤਲਬ ਉਹਨੂੰ ਆਊਟ ਜਾ ਲੱਗੇ, ਮਤਲਬ ਵੀ ਹਾਂ ਮੈਂ ਕਿੱਥੇ ਜਾ ਰਿਹਾ, ਮੈਂ ਫਸ ਗਿਆ। ਹਰੇਕ ਬੱਚੇ ਨੂੰ ਸੁਬਾਹ ਪੁੱਛਦੇ ਹਾਂ ਵੀ ਠੀਕ ਆ, ਸ਼ਾਮ ਨੂੰ ਜੋ ਜਾਂਦਾ ਵੀ ਸਮਝ ਆਇਆ ਜੋ ਟੀਚਰ ਨੇ ਕਰਵਾਇਆ, ਉਹ ਹਰੇਕ ਬੱਚਾ ਮਤਲਬ ਬਹੁਤ ਖੁਸ਼ ਆ ਰਹੇ। ਮਤਲਬ ਤੁਸੀਂ ਇੱਕ ਗਰਾਊਂਡ ਲੈਵਲ ਤੋਂ ਸ਼ੁਰੂ ਕਰਕੇ ਬੱਚੇ ਨੂੰ ਲੈ ਕੇ ਜਾਂਦੇ ਹੋ ਔਰ ਉਹਨਾਂ ਨੂੰ ਉਹੀ ਚੀਜ਼ਾਂ ਜਿਹੜੀਆਂ ਜਿੱਦਾਂ ਗ੍ਰਾਮਰ ਦੀ ਗੱਲ ਕਰ ਲਈਏ, ਟੈਂਸਸ ਦੀ ਗੱਲ ਕਰ ਲਈਏ, ਉਹੀ ਚੀਜ਼ਾਂ ਜਿਹੜੀਆਂ ਪਹਿਲਾਂ ਉਹਨਾਂ ਨੇ ਪੜ੍ਹੀਆਂ ਹੁੰਦੀਆਂ ਉਹਨਾਂ ਨੂੰ ਅੰਦਰੋਂ ਤੁਸੀਂ ਹਿਲਾਉਂਦੇ ਆ। ਪਰ ਉਹਨਾਂ ਬੱਚਿਆਂ ਦੀ ਉਹੀ ਚੀਜ਼ਾਂ ਨੂੰ ਦੁਬਾਰਾ ਤੋਂ ਰੀ ਕਰਕੇ ਉਹਨਾਂ ਬੱਚਿਆਂ ਨੂੰ ਇੱਕ ਨਵੀਂ ਮਤਲਬ ਜਿਹੜਾ ਹੈਗਾ ਨੈਟਵਰਕ 'ਤੇ ਲੈ ਕੇ ਜਾਂਦੇ ਹੋ ਔਰ ਉਹਨਾਂ ਨੂੰ ਕਦੇ ਵੀ ਸ਼ਾਈ ਮਹਿਸੂਸ ਨਹੀਂ ਹੋਣ ਦਿੰਦੇ ਕਿ ਤੁਹਾਨੂੰ ਕਿਸੇ ਤਰ੍ਹਾਂ ਦਾ ਪ੍ਰੈਸ਼ਰ ਹੈਗਾ। ਟੀਚਰ ਤੁਹਾਡੇ ਜਿਹੜੇ ਉਹਨਾਂ ਨੂੰ ਕੌਂਸਲ ਕਰਦੇ ਤੁਸੀਂ ਰੋਜ਼ ਕਿ ਆਪਾਂ ਵਿਦਿਆ ਦਾ ਦਾਨ ਦੇਣਾ ਭਾਈ, ਇਹਨਾਂ ਬੱਚਿਆਂ ਨੂੰ ਆਪਾਂ ਇੱਕ ਵਧੀਆ ਐਜੂਕੇਸ਼ਨ ਦੇਣੀ। ਹਾਂਜੀ ਵੀਰ ਜੀ, ਮੈਂ ਹਰ ਰੋਜ਼ ਜਦ ਮੇਰਾ ਮੋਟਿਵ ਹੈ, ਮੈਂ ਸਭ ਤੋਂ ਪਹਿਲਾਂ ਮੈਂ ਆ ਜਾਂਦਾ ਉਰੇ, ਮੈਂ 8 ਵਜੇ ਮਤਲਬ ਓਪਨ ਕਰ ਦਿੰਦਾ ਇੰਸਟੀਟਿਊਟ ਤੇ ਮੈਂ ਆਉਣ ਸਾਰ ਮੈਂ ਸਭ ਨੂੰ ਇਹੀ ਕਹਿੰਦਾ ਵੀ ਸਭ ਦੇ ਚਿਹਰੇ ਦੀ ਸਮਾਈਲ ਹੋਣੀ ਚਾਹੀਦੀ ਹੈ, ਬਸ ਅੱਜ ਦਾ ਦਿਨ ਬਹੁਤ ਵਧੀਆ ਨਿਕਲੂਗਾ। ਔਰ ਜਿਸ ਤਰੀਕੇ ਦੇ ਨਾਲ ਪੇਰੈਂਟਸ ਆ ਜਿਹੜੇ ਉਹ ਤੁਹਾਨੂੰ ਈਜ਼ੀਲੀ ਅਵੇਲੇਬਲ, ਤੁਸੀਂ ਜਦੋਂ ਮਰਜ਼ੀ ਮਿਲ ਸਕਦੇ ਆ, ਕਿਉਂਕਿ ਆਮ ਤੌਰ ਤੇ ਹੈਡਸ ਜਿਹੜੇ ਆ ਮਿਲਣਾ ਬੜਾ ਮੁਸ਼ਕਿਲ ਹੁੰਦਾ, ਪਰ ਤੁਸੀਂ ਹਰੇਕ ਬੰਦੇ ਨੂੰ ਮਿਲਦੇ ਹੋ, ਉਹਨਾਂ ਨੂੰ ਦੱਸਦੇ ਹੋ ਕਿ ਕੱਲਾ IELTS ਹੀ ਨਹੀਂ ਬਲਕਿ ਜਿਹੜੀ ਤੁਹਾਡੀ ਮੰਜ਼ਿਲ ਹੈਗੀ ਉਹ 'ਤੇ ਵੀ ਅਸੀਂ ਪਹੁੰਚਾਉਣਾ। ਕਿੰਨੇ ਤੁਹਾਡੇ GSH ਦੇ ਪਹਿਲਾਂ ਵੀਜ਼ਾ ਲੱਗ ਚੁੱਕੇ ਨੇ, ਬਾਹਰ ਬੱਚੇ ਜਾ ਚੁੱਕੇ ਨੇ ਔਰ ਉਹ ਆਪਣੀ ਵਧੀਆ ਜ਼ਿੰਦਗੀ ਲੀਡ ਕਰ ਰਹੇ ਨੇ। ਹਾਂਜੀ, ਆਪਣੇ ਜੋ ਹੈੱਡ ਆਫਿਸ ਆ ਆਪਣੇ ਇੱਥੋਂ ਘੱਟੋ ਘੱਟ ਆਪਣੇ 2 ਬੱਚੇ ਚਲੇ ਗਏ ਨੇ, ਮਤਲਬ ਬਾਹਰ ਜਾ ਕੇ ਇੰਨੇ ਮਤਲਬ ਫੈਮਿਲੀ ਅੱਜ ਤੱਕ ਵੀ ਉਹਨਾਂ ਦਾ ਕਾਲ ਆਉਂਦਾ ਮਤਲਬ ਕਿ ਤੁਸੀਂ ਸਾਨੂੰ ਫੈਮਿਲੀ ਵਾਂਗੂ ਰੱਖਿਆ, ਵੀ ਉਹ ਖੁਦ ਸਾਨੂੰ ਬੁਲਾ ਰਹੇ ਨੇ ਤੁਸੀਂ ਸਾਡੇ ਲਈ ਘੁੰਮਣ ਆਓ ਜਾਂ ਉਹ ਕਰੋ, ਵਿਜ਼ਿਟ ਕਰੋ ਇੱਕ ਵਾਰ। ਬਟ ਤੁਹਾਨੂੰ ਪਤਾ ਹੀ ਇਹ ਕੰਮ ਕਰ ਨਹੀਂ ਛੱਡ ਕੇ ਜਾ ਸਕਦੇ। ਮਤਲਬ ਇੰਨਾ ਪਿਆਰ ਮਤਲਬ ਬੱਚਿਆਂ ਦਾ ਸਾਡੇ ਨਾਲ ਪੈ ਚੁੱਕਿਆ, ਮਤਲਬ ਬਣਿਆ ਹੋਇਆ, ਉਹਨਾਂ ਨੂੰ ਮਤਲਬ ਬਾਹਰ ਜਾ ਕੇ ਫੀਲ ਹੁੰਦਾ ਇੱਕ ਫੈਮਿਲੀ ਵਾਂਗੂ ਰਿਲੇਸ਼ਨ। ਥੈਂਕ ਯੂ ਸਰ। ਮਤਲਬ ਤੁਸੀਂ ਇੱਥੇ ਟੀਚਿੰਗ ਕਰਵਾ ਰਹੇ ਹੋ ਔਰ ਰੀਡਿੰਗ ਟਿਪਸ ਦੇ ਰਹੇ ਹੋ ਬੱਚਿਆਂ ਨੂੰ, ਕੀ ਕਹਿਣਾ ਚਾਹੋਗੇ ਕਿ ਜਿਸ ਤਰੀਕੇ ਨਾਲ ਬੜੇ ਈਜ਼ੀ ਵੇ ਦੇ ਨਾਲ ਤੁਸੀਂ ਇਹਨਾਂ ਨੂੰ ਮੈਂ ਟ੍ਰਾਂਸਲੇਟ ਕਰਦੀ ਹਾਂ ਚੀਜ਼ਾਂ ਨੂੰ ਬਹੁਤ ਈਜ਼ੀ ਤਰੀਕੇ ਨਾਲ, ਇਹਨਾਂ ਨੂੰ ਫੈਮਿਲੀ ਐਗਜ਼ਾਮਪਲਸ ਦਿੰਦੀ ਹਾਂ
ਐਂਡ ਦੈਨ ਫਿਰ ਇਹਨਾਂ ਨੂੰ ਟਿਪਸ ਦਿੰਦੀ ਹਾਂ ਇਸ ਰਿਲੇਟਿਡ ਲਾਈਫ ਰਿਲੇਟਿਡ ਐਗਜ਼ਾਮਪਲਸ ਦਿੰਦੀ ਹਾਂ ਤਾਂ ਕਿ ਬੱਚੇ ਕਦੇ ਵੀ ਪੜ੍ਹਾਈ ਰਿਲੇਟਿਡ ਨਾ ਸਮਝਣ ਕਿ ਅਸੀਂ ਪੜ੍ਹਨ ਜਾ ਰਹੇ ਹਾਂ, ਇੱਕ ਲਾਈਫ ਦੀ ਸੀਖ ਸਕਿੱਲ ਲਗਾ ਲਓ ਉਹ ਸਿਖਾ ਰਹੇ ਹਾਂ ਅਸੀਂ। ਰੀਡਿੰਗ ਦੇ ਵਿੱਚ ਵੀ ਜਿਵੇਂ ਕਿ ਟਾਸਕ ਹੈ ਸਾਡਾ ਰੀਡਿੰਗ, ਬਟ ਇਹਨਾਂ ਨੂੰ ਅਸੀਂ ਸਿਖਾ ਰਹੇ ਹਾਂ ਐਜ਼ ਏ ਲਾਈਫ ਸਕਿੱਲ। ਜਿਵੇਂ ਕਿ ਐਗਜ਼ਾਮਪਲ ਦਿੰਦੀ ਹਾਂ ਮੈਂ ਰੋਜ਼ ਕਲਾਸ ਵਾਂਗੂ, ਕਲਾਸ ਦੇ ਵਿੱਚ ਰੀਡਿੰਗ ਦੀ ਟਿਪਸ ਨੇ ਕਿ ਜਿਵੇਂ ਟਰੂ ਆਨਸਰ ਹੈ ਨਾ, ਆਪਾਂ ਦੇਖਦੇ ਹਾਂ ਲਾਈਫ ਦੇ ਵਿੱਚ ਜੇ ਬੰਦਾ ਹਰ ਲਾਈਫ ਦੇ ਵਿੱਚ ਹਰ ਸਿਚੁਏਸ਼ਨ ਦੇ ਵਿੱਚ ਸਹੀ ਆ ਬੰਦਾ ਤਾਂ ਆਲਵੇਜ਼ ਉਹਦਾ ਆਨਸਰ ਕੀ ਹੁੰਦਾ ਟਰੂ। ਜੇ ਕੁਝ ਬੰਦੇ 'ਚ ਕਮੀਆਂ ਨੇ ਹੈ ਨਾ, ਕੁਝ ਕਿਤੇ ਬੰਦਾ ਗਲਤ ਜਾਵੇ ਤਾਂ ਮੈਂ ਇਹਨਾਂ ਨੂੰ ਸਮਝਾਉਂਦੀ ਹੁੰਦੀ ਹਾਂ ਵੀ ਕਿਤੇ ਜਾਂ ਇੱਕ ਰਸਤੇ ਦੇ ਵਿੱਚ ਗਲਤ ਚੱਲ ਜਾਏ ਬੰਦਾ, ਬਟ ਉਹਦਾ ਆਲਵੇਜ਼ ਉਹਦਾ ਆਨਸਰ ਕੀ ਆਊਗਾ ਫਾਲਸ, ਨਾਟ ਗਿਵਨ ਹੈ। ਜਿੱਥੇ ਆਪਾਂ ਨੂੰ ਕਿਸੇ ਦੀ ਪਹਿਚਾਣ ਹੀ ਨਹੀਂ ਹੈਗੀ, ਕਿਸੇ ਚੀਜ਼ ਬਾਰੇ ਪਤਾ ਹੀ ਨਹੀਂ ਆਪਾਂ ਨੂੰ, ਉੱਥੇ ਆਪਾਂ ਹਮੇਸ਼ਾ ਇਹਨਾਂ ਨੂੰ ਕਹਿੰਦੇ ਹਾਂ ਵੀ ਉਹਦੇ ਨਾਟ ਗਿਵਨ ਆਊਗਾ। ਨਾਟ ਗਿਵਨ ਦਾ ਮੀਨਸ ਇਹ ਆ ਵੀ ਉਹਨਾਂ ਬਾਰੇ ਆਪਾਂ ਨੂੰ ਜਾਣਕਾਰੀ ਹੀ ਨਹੀਂ। ਮੈਡਮ ਜਿੱਦਾਂ ਇਹ ਬੱਚੇ ਜਿਹੜੇ ਇੰਟੈਲੈਕਚੁਅਲ ਨੇ ਇਹ ਖੁਦ ਜਿਹੜੇ ਹੈਗੇ ਆ ਆਨਲਾਈਨ ਨੇ ਅੱਜ ਕੱਲ੍ਹ ਇਹਨਾਂ ਨੂੰ ਹਰ ਚੀਜ਼ ਦੀ ਨੌਲੇਜ ਆ, ਫੇਸਬੁੱਕਾਂ ਇੰਸਟਾ ਦੀਆਂ ਔਰ ਹਰ ਤਰ੍ਹਾਂ ਦੀ ਨੌਲੇਜ ਇਹਨਾਂ ਨੂੰ ਹੈਗੀ ਆ। ਤੁਸੀਂ ਕੀ ਸੋਚਦੇ ਹੋ, ਤੁਸੀਂ ਪੜ੍ਹਾਉਂਦੇ ਵੀ ਹੋ ਤੇ ਪੜ੍ਹਦੇ ਵੀ ਇਹਨਾਂ ਤੋਂ, ਜੋ ਤੁਸੀਂ ਇਹਨਾਂ ਨੂੰ ਕਰਾਉਂਦੇ ਹੋ ਤੇ ਇਹਨਾਂ 'ਚ ਵੀ ਕਾਫੀ ਟੈਲੈਂਟ ਹੈਗਾ, ਇਹ ਖੁਦ ਜਿਹੜੇ ਤੁਹਾਨੂੰ ਨਈਆਂ ਚੀਜ਼ਾਂ ਸਿਖਾਉਂਦੇ ਰਹਿੰਦੇ ਨਾਲ? ਹਾਂਜੀ ਜ਼ਰੂਰ, ਬੱਚਿਆਂ ਤੋਂ ਮੈंने ਬਹੁਤ ਕੁਝ ਸਿੱਖਿਆ, ਬੱਚਿਆਂ ਤੋਂ ਮੈंने ਪਿਆਰ ਦੇਣਾ ਸਿੱਖਿਆ, ਟੇਕ ਰਿਸਪੈਕਟ ਗਿਵ ਰਿਸਪੈਕਟ ਸਿੱਖਿਆ। ਮੈंने ਵੀ ਬੱਚਿਆਂ ਨੂੰ ਮੈਂ ਐਜ਼ ਏ ਆਪਣੇ ਸਿਸਟਰ ਐਂਡ ਬ੍ਰਦਰ ਮੰਨਦੀ ਹਾਂ ਹਮੇਸ਼ਾ, ਤਾਂ ਕਿ ਮੈਨੂੰ ਇੱਕ ਟੀਚਰ ਦੇ ਰੂਪ ਨਾਲ ਦੇਖਣ, ਬੱਚੇ ਵੀ ਇੱਕ ਦੇਖਣ ਦੇ ਟੀਚਰ ਦੇ ਰੂਪ ਨਾਲ, ਬਟ ਵਧੀਆ ਮਤਲਬ ਪਿਆਰ ਨਾਲ ਸਾਰੇ ਕੁਝ ਸਮਝਣ ਮੇਥੋਂ। ਮੈਂ ਇਹਨਾਂ ਨੂੰ ਕਿੰਨੀ ਵਾਰ ਕਿਹਾ ਵੀ ਚਾਹੇ ਮੇਥੋਂ 50 ਟਾਈਮਸ ਤੁਸੀਂ ਪਰ ਡੇ ਦੇ ਵਿੱਚ ਤੁਸੀਂ ਕੋਈ ਵੀ ਕੁਆਰੀਜ਼ ਨੇ ਮੈਨੂੰ ਪਰਸਨਲੀ ਵੀ ਪੁੱਛ ਸਕਦੇ ਹੋ ਤੁਸੀਂ। ਥੈਂਕ ਯੂ। ਹੁਣ ਅਸੀਂ ਗੱਲ ਕਰਾਂਗੇ ਇੱਥੋਂ ਦੇ ਸਭ ਤੋਂ ਇੰਪੋਰਟੈਂਟ ਜਿਹੜੇ ਬੱਚੇ ਨੇ ਜਿਹੜੇ ਇੱਥੇ ਸਟੱਡੀ ਲੈ ਰਹੇ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ। ਬੇਟਾ ਹਾਊ ਯੂ ਫੀਲਿੰਗ, ਕਿੱਦਾਂ ਤੁਹਾਨੂੰ ਮਹਿਸੂਸ ਹੋ ਰਿਹਾ ਇੱਥੇ ਪੜ੍ਹ ਕੇ? ਮੈਂ ਬਹੁਤ ਗੁੱਡ ਫੀਲ ਕਰਦੀ ਹਾਂ, ਮੈਨੂੰ ਸਾਰਾ ਹੁਣ ਸਮਝ ਆਉਂਦਾ ਹੈਗਾ। ਔਰ GSH ਦਾ ਜਿੱਦਾਂ ਨਾਮ ਸੁਣਿਆ ਸੀ ਬਾਹਰੋਂ ਕਿ ਇਹ ਇੱਕ ਵਧੀਆ ਨੈਟਵਰਕ ਵਾਲੇ ਲੋਕ ਨੇ ਜਿਨ੍ਹਾਂ ਨੇ ਬਠਿੰਡੇ ਵੀ ਪਹਿਲਾਂ ਸਮਾਵਾਂ ਕੀਤੀਆਂ, ਲੱਗ ਰਿਹਾ ਕਿ ਉਹ ਗੱਲ ਸਹੀ ਹੈ ਕਿਤੇ ਨਾ ਕਿਤੇ ਆ ਗਈ? ਹਾਂਜੀ ਸਰ, ਬਹੁਤ ਸਹੀ ਆ, ਮੈਨੂੰ ਬਹੁਤ ਸਮਝ ਆਉਂਦੀ ਆ, ਮਤਲਬ ਸਟੱਡੀ ਦਾ ਸਭ ਕੁਝ ਪਤਾ। ਇੰਜੋਏ ਕਰ ਰਹੇ? ਹਾਂਜੀ ਗੁੱਡੇ ਕਿੱਦਾਂ ਲੱਗ ਰਿਹਾ ਤੁਹਾਨੂੰ ਇੱਥੋਂ ਦਾ ਟੀਚਿੰਗ ਔਰ ਸਟਾਫ ਔਰ ਕਿੱਦਾਂ ਦੀ ਪੜ੍ਹਾਈ ਹੈ? ਸਰ ਟੀਚਰਸ ਐਂਡ ਇੰਸਟੀਟਿਊਟ ਦੋਨੋਂ ਵਧੀਆ ਨੇ ਤੇ ਸਾਡੀ ਪੜ੍ਹਾਈ ਵੀ ਬਹੁਤ ਵਧੀਆ ਕਰਵਾਉਂਦੇ ਟੀਚਰਸ ਐਂਡ ਕੋਆਪਰੇਟ ਕਰਦੇ ਹੈਗੇ, ਵਧੀਆ ਤਰੀਕੇ ਨਾਲ ਪੜ੍ਹਾਉਂਦੇ, ਅਸੀਂ ਵਧੀਆ ਤਰੀਕੇ ਨਾਲ ਉਹਨਾਂ ਨੂੰ ਆਊਟਪੁੱਟ ਵੀ ਦਿੰਦੇ ਹਾਂ। ਔਰ ਕਿਵੇਂ ਲੱਗਦਾ ਤੁਹਾਨੂੰ ਵੀ ਕੋਈ ਛੱਤ ਦੇ ਥੱਲੇ ਪਹਿਲਾਂ ਅਸੀਂ ਇੱਥੇ ਹਾਈਲਾਈਟਸ ਕਰਾਂਗੇ, ਉਸ ਤੋਂ ਬਾਅਦ 'ਚ ਇਹਨਾਂ ਨੇ ਜਿਸ ਤਰੀਕੇ ਦੇ ਨਾਲ ਵੀਜ਼ਾਸ ਦੀ ਗੱਲ ਕੀਤੀ ਹੈ, ਸਟੱਡੀ ਵੀਜ਼ਾ ਹੈਗੀ ਆ, ਵਿਜ਼ਟਰ ਵੀਜ਼ਾ ਔਰ ਉਸ ਤੋਂ ਬਾਅਦ PR ਤੱਕ ਇਹ ਜਿਹੜੀਆਂ ਗਾਹ ਸਮਾਵਾਂ ਦੇ ਰਹੇ ਵੀ ਇਸੇ ਇੱਕੋ ਛੱਤ ਦੇ ਥੱਲੇ ਸਾਨੂੰ ਸਾਰੀ ਚੀਜ਼ ਮਿਲੂਗੀ? ਸਰ ਕਹਿੰਦੇ ਨੇਗੇ ਵੀ ਕੁਛ ਬੱਚਿਆਂ 'ਤੇ ਵੀ ਡਿਪੈਂਡ ਹੁੰਦਾ ਵੀ ਉਹ ਕਿੱਦਾਂ ਪੜ੍ਹ ਰਹੇ ਨੇਗੇ। ਜੇ ਅਸੀਂ ਵੀ ਇਹਨਾਂ ਨੂੰ ਆਊਟਪੁੱਟ ਵਧੀਆ ਦੇਵਾਂਗੇ, ਅਸੀਂ ਵਧੀਆ ਅਚੀਵ ਕਰਾਂਗੇ ਤਾਂ PR ਓਬਵੀਅਸਲੀ ਸਾਨੂੰ PR ਵਧੀਆ ਮਿਲੂਗੀ ਜ਼ਿਆਦਾ। ਬੇਟਾ ਕਿੱਦਾਂ ਤੁਹਾਨੂੰ ਲੱਗਦਾ ਕਿ ਇੱਥੇ ਇਕੱਲੀ ਸਟੱਡੀ ਨਹੀਂ, ਉਹਦੇ ਨਾਲ ਪਰਸਨੈਲਿਟੀ ਡਿਵੈਲਪਮੈਂਟ ਓਵਰਆਲ ਆਪਣਾ ਡਿਵੈਲਪਮੈਂਟ ਜਿਹੜੀ ਹੈਗੀ ਨਾਲ ਕਰਵਾ ਰਹੇ ਨੇ, ਹਰ ਚੀਜ਼ ਦੇ ਲਈ ਸਮਝਾ ਰਹੇ ਨੇ ਸਾਨੂੰ ਕਿੱਦਾਂ ਅਸੀਂ ਇੱਕ ਨਈ ਕੰਟਰੀ ਜਾ ਕੇ ਨਏ ਲੋਕਾਂ ਨਾਲ ਮਿਲਣਾ ਹੈਗਾ, ਕਿੱਦਾਂ ਅਸੀਂ ਬੈਠਣਾ ਉੱਠਣਾ, ਕਿੱਦਾਂ ਅਸੀਂ ਆਪਣੇ ਆਪ ਨੂੰ ਰਿਪਰੈਜ਼ੈਂਟ ਕਰਨਾ? ਹਾਂਜੀ ਸਰ, ਮਤਲਬ ਸਾਰਾ ਸਾਡੇ ਸਟਾਫ ਨੇ, ਮਤਲਬ ਟੀਚਰ ਸਟਾਫ ਸਾਡੇ ਬਹੁਤ ਵਧੀਆ ਨੇ, ਸਾਡੇ ਨਾਲ ਇੰਨਾ ਕੋਆਪਰੇਟਿਵ ਕਰਦੇ ਨੇ ਕਿ ਮਤਲਬ ਹਰ ਗੱਲ ਉਹਨਾਂ ਨੇ ਮਤਲਬ ਸਾਨੂੰ ਈਜ਼ੀ ਤਰੀਕੇ ਨਾਲ ਸਮਝਾਉਣੀ ਆ ਕਿ ਤੁਸੀਂ ਕਿੱਦਾਂ ਫੋਰਨ ਜਾ ਕੇ ਕਿੱਦਾਂ ਪਰਸਨਲ ਟਾਕ ਕਰਨੀ ਹੈ, ਕਿ ਸਾਨੂੰ ਮਤਲਬ ਸਾਰਾ ਕੁਝ ਈਜ਼ੀ ਤਰੀਕੇ ਨਾਲ ਸਮਝਾਇਆ ਜਾਂਦਾ। ਔਰ ਇੱਥੋਂ ਦੇ ਜਿਹੜੇ ਡਾਇਰੈਕਟਰ ਨੇ ਔਰ ਇੱਥੋਂ ਦੇ ਹੈੱਡ ਨੇ ਉਹ ਈਜ਼ੀਲੀ ਅਪਰੋਚੇਬਲ ਹੈ, ਕੋਈ ਚੀਜ਼ ਤੁਹਾਨੂੰ ਨਹੀਂ ਸਮਝ ਆਉਂਦੀ, ਟੀਚਰਸ ਵੀ ਈਜ਼ੀਲੀ ਅਪਰੋਚੇਬਲ ਔਰ ਡਾਇਰੈਕਟਰ ਵੀ, ਉਹਨਾਂ ਨੂੰ ਜਦੋਂ ਮਰਜ਼ੀ ਤੁਸੀਂ ਦੱਸ ਸਕਦੇ ਹੋ ਔਰ ਉਹ ਹਮੇਸ਼ਾ ਗੱਲ ਸੁਣਦੇ। ਹਾਂਜੀ ਸਰ, ਸਾਡੇ ਜਿਹੜੇ ਆਨਰ ਨੇ ਮਤਲਬ ਸਾਡੇ ਰੋਜ਼ ਪੁੱਛਦੇ ਆ ਵੀ ਤੁਹਾਡੀ ਮਤਲਬ ਕੀ ਪ੍ਰੋਗਰੈਸ ਹੋਈ ਆ, ਵੀ ਰੋਜ਼ ਸਾਡੇ ਡੇਲੀ ਸਾਨੂੰ ਪੁੱਛਿਆ ਜਾਂਦਾ ਵਾ ਵੀ ਤੁਹਾਡੀ ਮਤਲਬ ਅੱਜ ਕਿੰਨੀ ਤੁਸੀਂ ਬੈਂਚ ਸਕੋਰ ਅਚੀਵ ਕੀਤੀ ਆ, ਵੀ ਸਾਡੀ ਮੌਕ ਟੈਸਟ ਵੀ ਸਭ ਸਾਨੂੰ ਪੁੱਛਦੇ ਆ। ਬੇਟਾ ਕਿੱਦਾਂ ਮਹਿਸੂਸ ਕਰ ਰਹੇ ਹੋ? ਵਧੀਆ ਮਹਿਸੂਸ ਕਰ ਰਹੇ ਔਰ ਜਿਸ ਤਰੀਕੇ ਨਾਲ ਜਦੋਂ ਤੁਸੀਂ ਸਟਾਰਟਿੰਗ ਕਰਨੀ ਸੀ ਉਦੋਂ ਬੋਡੀ ਲੈਂਗੁਏਜ ਤੇ ਹੁਣ ਫਰਕ ਲੱਗਿਆ ਥੋੜਾ ਜਿਹਾ ਪਰਸਨੈਲਿਟੀ ਡਿਵੈਲਪਮੈਂਟ 'ਚ? ਹੌਲੀ ਹੌਲੀ ਜਦੋਂ ਇੰਗਲਿਸ਼ ਆ ਰਹੀ ਹੈ ਤੇ ਜਾਨ ਜੀ ਪੈ ਰਹੀ ਹੈ ਪੂਰੀ? ਹਾਂਜੀ, ਕਾਫੀ ਇੰਪਰੂਵਮੈਂਟ ਹੈ ਜੀ। ਐਰੋ ਜਾਏ ਬੇਟਾ ਔਰ ਫੀਲਿੰਗ ਕਿੱਦਾਂ ਤੁਹਾਨੂੰ ਮਹਿਸੂਸ ਹੋ ਰਿਹਾ? ਬਹੁਤ ਵਧੀਆ ਫੀਲਿੰਗ ਫੀਲ ਕਰ ਰਹੇ ਹਾਂ ਜੀ। ਔਰ ਹੌਲੀ ਧੀਰੇ ਧੀਰੇ ਜਿੱਦਾਂ ਇੰਗਲਿਸ਼ ਸਪੀਕਿੰਗ ਦੀ ਆਪਾਂ ਗੱਲ ਕਰ ਲਈਏ, ਪਹਿਲਾਂ ਇੰਗਲਿਸ਼ ਸਪੀਕਿੰਗ ਬੜੀ ਹੋਊਗਾ ਜਿਹਾ ਲੱਗਦੀ ਸੀ, ਹੁਣ ਜਦੋਂ ਇਹ ਸਮਝਾ ਰਹੇ ਨੇ ਜਿਸ ਤਰੀਕੇ ਨਾਲ ਲੱਗ ਰਿਹਾ ਕਿ ਈਜ਼ੀ ਹੋ ਗਿਆ ਕੰਮ? ਪਹਿਲਾਂ ਤਾਂ ਕਿਸੇ ਨੂੰ ਪਤਾ ਹੀ ਨਹੀਂ ਲੱਗਦਾ ਹੈਗਾ ਵੀ ਕੀ ਚੱਲ ਰਿਹਾ ਕਿੱਦਾਂ, ਹੌਲੀ ਹੌਲੀ ਸਾਰਿਆਂ ਨੂੰ ਸਮਝ ਆ ਗਈ। ਔਰ ਪੜ੍ਹਾਈ ਦੇ ਨਾਲ ਨਾਲ ਜਿੱਦਾਂ ਇਹ ਵੇ ਇਹਨਾਂ ਦਾ ਸਿਸਟਮ ਜਿਹੜਾ ਹੈਗਾ ਇਹਨਾਂ ਦਾ, ਜਿਸ ਤਰੀਕੇ ਦੇ ਨਾਲ ਇਹ ਤੁਹਾਨੂੰ ਮੋਟੀਵੇਟ ਕਰਦੇ ਆ ਹਰ ਚੀਜ਼ ਲਈ। ਹਾਂਜੀ, ਸਾਨੂੰ ਬਹੁਤ ਵਧੀਆ ਟੀਚ ਕਰਦੇ ਨੇ, ਸਾਨੂੰ ਸਾਰਾ ਕੁਝ ਸਮਝ ਆਉਂਦਾ ਹੈ, ਬਹੁਤ ਵਧੀਆ ਲੱਗ ਰਿਹਾ ਹੈ। ਬੇਟਾ ਮੌਕ ਟੈਸਟਾਂ ਦੀ ਗੱਲ ਕਰ ਲਈਏ ਤਾਂ ਇਹ ਕਈ ਵਾਰ ਐਕਸੀਡੈਂਟਲ ਜੇ ਔਰ ਸਰਪ੍ਰਾਈਜ਼ ਮੌਕ ਟੈਸਟ ਵੀ ਲੈ ਲੈਂਦੇ ਆ, ਜਿਹਦੇ ਨਾਲ ਸਾਡੀ ਪਰਫਾਰਮੈਂਸ ਦਾ ਪਤਾ ਲੱਗਦਾ। ਹਾਂਜੀ ਮਤਲਬ ਵਧੀਆ ਲੱਗਦਾ ਇਹਨਾਂ ਦੇ ਨਾਲ ਅਟੈਚ ਹੋ ਕੇ ਟੀਚਰਸ ਦੇ ਨਾਲ? ਹਾਂਜੀ ਹਾਂਜੀ, ਬਹੁਤ ਸੌਖੇ ਤਰੀਕੇ ਨਾਲ ਸਮਝਾਉਂਦੇ ਔਰ ਹਰ ਚੀਜ਼ ਸਮਝ ਆਉਂਦੀ। ਹਾਂਜੀ। ਬੇਟਾ ਕਿੱਦਾਂ ਮਹਿਸੂਸ ਕਰ ਰਹੇ ਹੋ? ਬਹੁਤ ਵਧੀਆ।
ਕਿੱਦਾਂ ਦਾ ਟੀਚਰਸ ਨੇ? ਵੈਰੀ ਗੁੱਡ। ਔਰ ਸਮਝਾ ਰਿਹਾ ਹੌਲੀ ਲੱਗ ਰਿਹਾ ਕਿ ਇੱਕ ਖਟਰਾ ਤਿਆਰ ਹੋ ਰਿਹਾ ਜਾਂ ਜ਼ਿਆਦਾ ਨੇੜੇ ਆ ਰਿਹਾ ਜਾਂ ਆਇਆ? ਮੈਡਮ ਵਿਦਿਆ ਦੀ ਦਾਨੀ ਇਹ ਸੰਸਥਾ ਜਿਹੜੀ ਪਹਿਲਾਂ ਬਠਿੰਡੇ ਵਿਖੇ ਫਿਰ ਬਰਨਾਲਾ ਬੰਜਾਖਾਨਾ ਸਿਵਾਨ ਤੋਂ ਬਾਅਦ ਮਲੇਰਕੋਟਲੇ ਵਿਖੇ ਵੀ ਇਹਨਾਂ ਨੇ ਸੇਵਾ ਖੋਲੀ ਹੈਗੀ ਆ। ਔਰ ਜਿਸ ਤਰੀਕੇ ਦੇ ਨਾਲ ਡਾਇਰੈਕਟਰ ਜਿਹੜੇ ਹੈਗੇ ਆ ਦੇ ਆਰ ਗਰਾਊਂਡ ਟੂ ਅਰਥ, ਉਹਨਾਂ ਦਾ ਮਾਈਂਡ ਹੀ ਇਹ ਹੈ ਕਿ ਅਸੀਂ ਇੱਕ ਵਿਦਿਆ ਦਾ ਦਾਨ ਦੇਣਾ ਹੈਗਾ, ਇਸ ਏਰੀਏ 'ਚ ਅਸੀਂ ਆਏ ਹੈਗੇ ਆ। ਔਰ ਤੁਹਾਨੂੰ ਟੀਚਰਸ ਨੂੰ ਮੋਟੀਵੇਟ ਕਰਦੇ ਆ। ਤੁਸੀਂ ਟੀਚਰਸ ਵੀ ਜਿਸ ਤਰੀਕੇ ਦੇ ਨਾਲ ਮੈਡਮ ਨੇ ਕਿਹਾ ਕਿ 50 ਟਾਈਮ ਜੇ ਕੋਈ ਪੁੱਛ ਲਵੇ ਅਸੀਂ ਤਾਂ ਵੀ ਉਹਨਾਂ ਨੂੰ ਦੱਸਦੇ ਹੈਗੇ ਆ। ਬੜੀ ਖੁਸ਼ੀ ਦੀ ਗੱਲ ਹੈ ਕਿ ਅੱਜ ਇਹ ਜਿਹੜੀ ਵਿਦਿਆ ਹੈਗੀ ਆ ਜਿਸ ਦਾ ਆਪਾਂ ਨੂੰ ਪ੍ਰਸਾਰ ਕਰਨਾ ਚਾਹੀਦਾ। ਔਰ ਕੇਵਲ ਬਾਹਰ ਜਾਣ ਦੇ ਲਈ ਨਹੀਂ ਬਲਕਿ ਬੱਚਾ ਜਿਹੜਾ ਆਈਲੈਟਸ ਕਰ ਜਾਂਦਾ ਹੈਗਾ, ਬੱਚੇ ਦੀ ਨੌਲੇਜ ਇੱਧਰ ਵੀ ਬੰਦਾ ਕਿਸੇ ਵੀ ਕੰਪੀਟੀਸ਼ਨ 'ਚ ਜਾਣਾ ਉਹਦਾ ਇੱਕ IQ 'ਚ ਹੀ ਫਰਕ ਪੈ ਜਾਂਦਾ। ਕੀ ਕਹਿਣਾ ਚਾਹੋਗੇ? Well, thank you so much for coming there, and we are so privileged to share this afternoon with all of you. As you already said that मैम ने भी कहा कि अगर ਤੁਹਾਨੂੰ ਕੋਈ ਸਟੂਡੈਂਟ ਪੁੱਛਦਾ ਹੈ ਤਾਂ ਅਸੀਂ 50 ਟਾਈਮਸ ਦੱਸਦੇ ਹਾਂ। ਸਾਡੇ ਲਈ ਅੰਡਰਸਟੈਂਡਿੰਗ ਜ਼ਿਆਦਾ ਮੈਟਰ ਹੈ। ਅਸੀਂ ਇੱਕ ਸਟੂਡੈਂਟ ਨੂੰ ਐਜ਼ ਅ ਸਟੂਡੈਂਟ ਹੀ ਨਹੀਂ ਦੇਖਦੇ, ਅਸੀਂ ਉਹਨੂੰ ਐਜ਼ ਅ ਫੈਮਿਲੀ ਮੈਂਬਰ ਵੀ ਦੇਖਦੇ ਹਾਂ, ਕਿਉਂਕਿ ਫੈਮਿਲੀ ਮੈਂਬਰ ਦਾ ਆਪਾਂ ਕਦੇ ਵੀ ਬੁਰਾ ਨਹੀਂ ਚਾਹੁੰਦੇ। ਸੋ ਅਕੋਰਡਿੰਗ ਟੂ these perspectives ਸਾਡੇ ਲਈ ਇਹ ਚੀਜ਼ ਮੈਟਰ ਕਰਦੀ ਹੈ that the understanding will be increased, and that's all I'm saying. And as far as personality development is concerned, you emphasize on personality also and how to behave with others. Definitely, we are like teaching them how to we communicate with each other, and when we go the dressing sense and the how we can adopt the culture, so that all things we are teaching them with the IELTS. And as far as this institution is concerned, you are expert for study visa, visitor visa, spouse visa, and visas are there, and their technical work is very sound. That's why so many students are in abroad from GSH. Definitely, हर एक चीज़ का अलग अलग परस्पैक्टिव होंदा है, ਉਹਦੀ हर एक चीज़ की अलग अलग आइडिया होंदा, ਉਹਦਾ अलग अलग व्यू होंदा। सो IELTS एक बहुत ही ज़्यादा वधिया चीज़ है, तो नाल जो साडे ओनर ने हर एक चीज़ प्रोवाइड करते हैं, एजुकेशन के नाल जिहड़ियां फ्री क्लासेस भी प्रोवाइड करते हैं। अगर किसी स्टूडेंट को किसी भी चीज़ के प्रॉब्लम आती है तो वो कल्ले स्टूडेंट के नाल नहीं, ईवन उन्होंने पेरेंट्स के नाल भी उन्होंने कम्यूनीकेट करते हैं, उन्होंने तो भी पूछते हैं। अगर किसी बच्चे को कोई भी फॉर एग्जाम्पल कोई फाइनैंशियल प्रॉब्लम आती है तो वो चीज़ भी वो खुद एक अपना एफर्ट पा के उन्होंने ऑर्गेनाइज करते हैं वधिया तरीके। और एंड एज फार एज वीजा आर कंसर्न, जो वीजा जो लगने हैं ਉਹਦੇ ਸਟੱਡੀ ਵੀਜ਼ਾ ਹੋ ਗਿਆ, ਵਿਜ਼ਟਰ ਵੀਜ਼ਾ ਹੋ ਗਿਆ, ਉਹਦੇ 'ਚ ਵੀ ਐਕਸਪਰਟ ਨੇ। ਔਰ ਇਹਨਾਂ ਦਾ ਸਿੰਟੀਕਲੀ ਐਰਰ ਮਤਲਬ ਜਿਹੜਾ ਆਪਾਂ ਫਾਈਲਿੰਗ ਕਰਨੀ ਆ ਉਹਦੇ 'ਚ ਬੜਾ ਧਿਆਨ ਦੇ ਨਾਲ ਫਾਈਲਿੰਗ ਕਰਦੇ। ਇਹੀ ਕਾਰਨ ਹੈ ਕਿ ਬਹੁਤ ਜ਼ਿਆਦਾ ਸਟੂਡੈਂਟਸ ਬਾਹਰ ਜਾ ਚੁੱਕੇ ਇਹਨਾਂ ਦੇ। हाँ जी, डेफिनेटली कंसर्न होंदा है इन्हों हर एक चीज़ का, कितना वीज़ा करना, फिर उसका प्रोसैस ईच एंड एवरीथिंग सारा कुछ देखते हैं, पहला खुद मतलब कि ओवरव्यू करते हैं। सो सारी चीज़ां मैटर करती हैं। हैप्पी बर्थडे। बेटा जिस तरीके ਦੇ ਨਾਲ ਅੱਜ ਸਪੈਸ਼ਲ ਬਰਥਡੇ ਦੇ ਰੂਪ ਦੇ ਵਿੱਚ ਤੁਹਾਡੇ ਪੇਰੈਂਟਸ ਨੇ ਬਰਥਡੇ ਤੁਹਾਡਾ ਮਨਾਇਆ, ਔਰ ਇੰਸਟੀਟਿਊਸ਼ਨ ਵੀ ਜਿਹੜੀ ਰਿਸਪੌਂਸਿਬਲ ਤੁਹਾਡੇ ਟੀਚਰਸ ਨਾਲ ਨੇ, ਤੁਹਾਡੇ ਡਾਇਰੈਕਟਰ ਨਾਲ ਨੇ, ਕਿੱਦਾਂ ਮਹਿਸੂਸ ਕਰਦੇ ਹੋ? ਕੀ ਕਹਿਣਾ ਚਾਹੋਗੇ ਕਿ ਅੱਜ ਜਿਹੜੇ ਬੱਚੇ ਨੇ ਜਿਸ ਤਰੀਕੇ ਦੇ ਨਾਲ ਅੱਜ ਤੁਸੀਂ ਆ ਜਿਹੜੇ ਸੈਸ਼ਨ ਆ, ਮੇਰਾ ਖਿਆਲ ਲਾਸਟ ਸੈਸ਼ਨ ਹੋਏਗਾ ਕਿਉਂਕਿ ਉਸ ਤੋਂ ਬਾਅਦ ਮਿਹਨਤ ਕਰ ਰਹੇ ਹੋ ਜਿਸ ਤਰੀਕੇ ਨਾਲ ਆਈਲੈਟਸ ਚੋਂ ਬੈਂਡ ਲੈ ਕੇ ਫਲਾਈ ਹੋ ਜਾਣਾ, ਔਰ ਮਾਂ ਬਾਪ ਨੂੰ ਵੀ ਇੱਦਾਂ ਕਿ ਸਾਡੇ ਬੱਚੇ ਜਿਹੜੇ ਹੈਗੇ ਵਧੀਆ ਐਜੂਕੇਸ਼ਨ ਲੈ ਰਹੇ ਔਰ ਉਹਨਾਂ ਦਾ ਅਸੀਂ ਬਹੁਤ ਵਧੀਆ ਤਰੀਕੇ ਦੇ ਨਾਲ, ਕਿਉਂਕਿ ਲੜਕੀਆਂ ਦੇ ਬਰਥਡੇ ਤਾਂ ਬਹੁਤ ਘੱਟ ਮਨਾਏ ਜਾਂਦੇ ਸੀ ਅੱਗੇ, ਪਰ ਲੜਕਿਆਂ ਦਾ ਬਰਥਡੇ ਵੀ ਮੰਨਦੇ ਆ। ਸਰ ਫਸਟ ਆਫ ਆਲ ਮੈਂ ਸਾਰਿਆਂ ਦਾ ਥੈਂਕ ਯੂ ਕਰਨਾ ਚਾਹੁੰਦੀ ਹਾਂ ਵੀ ਸਾਰਿਆਂ ਨੇ ਮੇਰਾ ਬਰਥਡੇ ਇੰਨਾ ਵਧੀਆ ਸੈਲੀਬ੍ਰੇਟ ਕੀਤਾ ਵਾ, ਤੇ ਸਪੈਸ਼ਲੀ ਮੇਰੇ ਪਾਪਾ ਦਾ ਐਂਡ ਸਾਡੇ ਓਨਰ ਸਰ ਦਾ ਐਂਡ ਮੇਰੇ ਟੀਚਰਸ, ਸਾਰੇ ਮੇਰੇ ਫਰੈਂਡ ਸਰਕਲ, ਸਾਰਿਆਂ ਨੂੰ ਮੈਂ ਥੈਂਕ ਯੂ ਕਹਿਣਾ ਚਾਹੁੰਦੀ ਹਾਂ। ਤੇ ਮੈਨੂੰ ਅੱਜ ਬਹੁਤ ਵਧੀਆ ਲੱਗ ਰਿਹਾ ਵਾ, ਤੇ ਮਤਲਬ ਮੈਂ ਫੀਲ ਮਤਲਬ ਓਵਰ ਦਾ ਮੂਨ ਕਰ ਰਹੀ ਹਾਂ ਵੀ ਹਾਂ ਮੈਨੂੰ ਬਹੁਤ ਵਧੀਆ ਲੱਗਿਆ। ਔਰ ਲੱਗਦਾ ਕਿ ਤੁਸੀਂ ਹੁਣ ਇਸ ਚੀਜ਼ ਦਾ ਜਿਹੜੀ એનર્ਜੀ ਆਈਲੈਟਸ ਵੀ ਮਿਲੂਗੀ, ਮੈਂ ਜ਼ਿਆਦਾ ਹੋਰ ਪੜੂੰਗੀ ਔਰ ਮੈਂ ਇੱਕ ਮੁਕਾਮ ਹਾਸਲ ਕਰੂੰਗੀ। ਦੱਸ ਤੂੰ ਵੀ ਕੱਲ ਮੌਕ ਟੈਸਟ ਆ ਵੀ ਕਿਹੜੀ ਸਕੂਲ ਬੈਂਡ ਲੈ ਕੇ ਆਉਂਗੇ? ਹਾਂਜੀ ਸਰ ਮਤਲਬ ਸਕੂਲ ਅਸੀਂ ਬਹੁਤ ਵਧੀਆ ਲੈ ਕੇ ਆਵਾਂਗੇ ਕੱਲ੍ਹ, ਕਿਉਂਕਿ ਅੱਜ ਬਹੁਤ ਵਧੀਆ એનર્ਜੀ ਵੀ ਆਈ ਹੈਗੀ ਤੇ ਅਸੀਂ ਵਧੀਆ ਪ੍ਰੂਫ ਦੇਵਾਂਗੇ। ਬੇਟਾ ਕਿੱਦਾਂ ਲੱਗ ਰਿਹਾ ਸਿਸਟਰ ਦਾ ਬਰਥਡੇ, ਕਿਵੇਂ ਤੁਸੀਂ ਮਹਿਸੂਸ ਕਰ ਰਹੇ? ਵਧੀਆ ਮਹਿਸੂਸ ਕਰਦੀ। ਔਰ ਜਿਸ ਤਰੀਕੇ ਨਾਲ ਅੱਜ ਸੈਲੀਬ੍ਰੇਟ ਹੋ ਰਿਹਾ ਹੈਗਾ, ਕੇਕ ਕੱਟੇ ਜਾ ਰਹੇ ਨੇ, ਮਜ਼ਾ ਆ ਰਿਹਾ ਪੂਰਾ? ਹਾਂ ਭਾਈ ਕਿੱਦਾਂ ਲੱਗ ਰਿਹਾ? ਵਧੀਆ। ਇੰਜੋਏ ਕਰ ਰਹੇ ਹੋ ਸਾਰੇ?
ਬ੍ਰਦਰ ਕੀ ਕਹਿਣਾ ਚਾਹੋਗੇ ਤੁਸੀਂ ਅੱਜ ਜਿਹੜੇ ਲੋਕ ਆ ਉਹ ਬੇਟੇ ਬੇਟੀ 'ਚ ਫਰਕ ਸਮਝਦੇ ਆ ਔਰ ਉਹਨਾਂ ਨੂੰ ਹੁੰਦਾ ਕਿ ਬੇਟੀਆਂ ਨਹੀਂ ਔਰ ਤੁਸੀਂ ਜਿਸ ਤਰੀਕੇ ਨਾਲ ਇਹ ਬੇਟੀ ਨੂੰ ਬੇਟੇ ਦਾ ਰੂਪ ਹੀ ਦੇਖ ਰਹੇ ਹੋ ਔਰ ਆਪਣੇ ਬੇਟਿਆਂ ਦੇ ਨਾਲ ਲੈ ਕੇ ਇੱਥੇ ਸੈਲੀਬ੍ਰੇਟ ਭਾਜੀ ਮੇਰੇ 4 ਬੇਟੀਆਂ ਨੇ, ਮੈਂ ਕਦੇ ਕਿਸੇ ਦੇ ਭਾਗੇ ਪਿੱਛੇ ਨਹੀਂ ਕਰਕੇ ਦੇਖਿਆ ਹੈਗਾ ਤੇ ਮੈਂ ਸਾਰਿਆਂ ਦਾ ਇਸੇ ਤਰ੍ਹਾਂ ਸੈਲੀਬ੍ਰੇਟ ਕਰਨਾ ਹੈ। ਕੀ ਕਹਿਣਾ ਚਾਹੋਗੇ ਅਗਰ ਅਸੀਂ ਮੋਟੀਵੇਸ਼ਨ ਦਿੰਦੇ ਬੱਚਿਆਂ ਨੂੰ ਤੇ ਬੱਚਿਆਂ 'ਚ એનર્ਜੀ ਲੈਵਲਸ ਵੱਧਦੇ ਆ ਔਰ ਬਿਲਕੁਲ ਜੀ, ਮੈਂ ਚਾਹੁੰਦਾ ਵੀ ਅੱਜ ਕੱਲ੍ਹ ਜਿਹੜੇ ਹਰ ਇੱਕ ਇਸ ਚੀਜ਼ ਨੂੰ ਲੈ ਕੇ ਚੱਲ ਰਹੇ ਵੀ ਅਸੀਂ ਵੀ ਮੁੰਡਾ ਜ਼ਰੂਰੀ, ਮੈਂ ਉਸ ਚੀਜ਼ ਨੂੰ ਲਾਈਕ ਨਹੀਂ ਕਰਦਾ। ਮੈਂ ਬੇਟੀ ਨੂੰ ਹੀ ਲਾਈਕ ਕਰਦਾ ਔਰ ਬੇਟੀ ਅੱਛੀ ਪੜ੍ਹ ਲਿਖ ਜਾਵੇ, ਚੰਗੇ ਨੰਬਰਾਂ ਵਿੱਚ ਜਾਵੇ ਤੇ ਆਈਲੈਟਸ ਕਰਕੇ ਜਾਵੇ, ਚਾਹੇ ਪੜ੍ਹਾਈ ਦੀ ਸਟੱਡੀ ਦੇ ਵਿੱਚ ਜਾਵੇ। ਬੇਟਾ ਜਿਸ ਤਰੀਕੇ ਦੇ ਨਾਲ ਅੱਜ ਤੁਹਾਡੇ ਬੱਚੇ ਜਿਹੜੇ ਹੈਗੇ ਆ ਅੱਜ ਉਹਦਾ ਜਨਮ ਦਿਨ ਮਨਾਇਆ ਜਾ ਰਿਹਾ, ਕੀ ਕਹਿੰਦਾ ਜਦੋਂ ਇਦਾਂ ਦੀ ਇੰਟਰੈਕਸ਼ਨ ਹੋ ਜਾਂਦੀ ਹੈ ਬੱਚਿਆਂ ਦੇ ਨਾਲ ਟੀਚਰਸ ਦੀ ਤੇ ਬੱਚਿਆਂ ਦਾ ਮਨੋਬਲ ਹੋਰ ਵੱਧਦਾ ਹੈਗਾ, ਬੱਚਿਆਂ ਨੂੰ ਪੜ੍ਹਾਈ ਦੇ ਵਿੱਚ ਵੀ ਮਨ ਲੱਗਦਾ ਹੈਗਾ ਔਰ ਇੱਕ ਟੀਚਰ ਸਟੂਡੈਂਟ ਰਿਲੇਸ਼ਨ ਜਿਹੜਾ ਹੈਗਾ ਉਹ ਇੱਕ ਬਹੁਤ ਹੱਦ ਤੱਕ ਮਤਲਬ ਜਿਹੜਾ ਹੈਗਾ ਨਜ਼ਦੀਕ ਆ ਜਾਂਦਾ। ਹਾਂਜੀ ਬਿਲਕੁਲ ਵਧੀਆ, ਬਹੁਤ ਵਧੀਆ ਲੱਗਦਾ ਆ ਜਦ ਇਹਨਾਂ ਦਾ ਰਿਸਪੌਂਸ ਆਉਂਦਾ ਗਾ ਐਜ਼ ਅ ਫਰੈਂਡ ਐਜ਼ ਅ ਟੀਚਰ, ਜਦ ਇਹ ਸਾਨੂੰ ਰਿਸਪੌਂਸ ਕਰਦੇ ਆ ਤੇ ਇੱਕ ਫੈਮਿਲੀ ਦੀ ਤਰ੍ਹਾਂ ਰਹਿੰਦੇ ਨੇ। ਸੋ ਵਧੀਆ ਰਿਸਪੌਂਸ ਆਉਂਦਾ, ਆਊਟਪੁੱਟ ਬਹੁਤ ਵਧੀਆ ਆਉਂਦੀ ਹੈ ਇਹਨਾਂ ਵਧੀਆ। ਵੀਰ ਜੀ ਤੁਸੀਂ ਐਜ਼ ਅ ਡਾਇਰੈਕਟਰ ਵੀ ਨਾਲ ਖੜੇ ਹੋ ਔਰ ਇਹਨਾਂ ਦੇ ਬੱਚਿਆਂ ਦਾ ਹੌਸਲਾ ਅਫਜ਼ਾਈ ਕਰ ਰਹੇ ਹੋ, ਮੈਂ ਤਾਂ ਇਹ ਕਹੂੰਗਾ ਜੀ ਵੀ ਮਿਹਨਤ ਕਰੋ, ਵੀ ਆਪਣੀ ਜੋ ਤੁਸੀਂ ਏਮ ਰੱਖਿਆ ਹੋਇਆ ਉਹਨੂੰ ਅਚੀਵ ਕਰੋ, ਆਪਣੇ ਗੋਲ ਨੂੰ ਅਚੀਵ ਕਰੋ। ਤੇ ਮੈਂ ਇਹਨਾਂ ਨੂੰ ਇੱਕ ਵਾਰ ਫਿਰ ਹੈਪੀ ਬਰਥਡੇ ਵਿਸ਼ ਕਰਨਾ ਚਾਹੁੰਦਾ। ਬੇਟਾ ਕੀ ਕਹਿਣਾ ਚਾਹੋਗੇ ਤੁਹਾਡਾ ਸਟੂਡੈਂਟ? ਹੈਪੀ ਬਰਥਡੇ ਸਿਮਰਨ, ਡੀਅਰ ਗੋਡ ਬਲੈਸ ਯੂ। ਮੈਂ ਇਹ ਤੋਂ ਹੀ ਪ੍ਰੋਮਿਸ ਲੈਣਾ ਚਾਹੁੰਦੀ ਹਾਂ, ਕੱਲ੍ਹ ਮੌਕ ਟੈਸਟ ਹੈ, ਜੋ ਤੇਰਾ ਸਕੋਰ 7+ ਆਉਣਾ ਚਾਹੀਦਾ, ਇਹੀ ਮੈਨੂੰ ਪੇਪਰ ਟਾਈਮ ਵੀ ਤੇਰਾ ਇਹੀ ਸਕੋਰ ਚਾਹੀਦਾ। ਮੈਂ ਤਾਂ ਬਸ ਇਹੀ ਪ੍ਰੋਮਿਸ ਲੈਣਾ ਚਾਹੁੰਦੀ ਹਾਂ। ਪ੍ਰੋਮਿਸ? ਯੈਸ ਮੈਮ ਪ੍ਰੋਮਿਸ। ਡੈਫੀਨੇਟਲੀ ਯੂ ਗੋਟ ਸਕੋਰ। ਯੈਸ ਮੈਮ। ਕਿਦਾਂ ਤੁਸੀਂ ਸਾਰੀਆਂ ਸਹੇਲੀਆਂ ਜਿਹੜੀਆਂ ਉਹਨਾਂ ਦਾ ਵੀ ਮਨੋਬਲ ਜਿਹਾ ਦੁੱਗਣਾ ਤਿੱਗਣਾ ਹੋਇਆ ਹੋਇਆ ਵੀ ਹੁਣ ਸਾਡੇ ਟੀਚਰਸ ਵੀ ਨਾਲ ਆ, ਇਕੱਠੇ ਖਾਵਾਂਗੇ, ਇੰਜੋਏ ਕਰਾਂਗੇ ਤੇ ਵਧੀਆ ਲੱਗ ਰਿਹਾ? ਹਾਂਜੀ ਸਰ, ਬਹੁਤ ਵਧੀਆ ਲੱਗ ਰਿਹਾ ਹੈਗਾ। ਇੰਸਟੀਚਿਊਟ ਸਾਡਾ ਬਹੁਤ ਕੋਆਪਰੇਟਿਵ ਹੈ, ਉਹ ਅੱਜ ਦੇਖਣ ਨੂੰ ਵੀ ਮਿਲ ਰਿਹਾ, ਤੁਹਾਨੂੰ ਵੀ ਮਿਲ ਰਿਹਾ ਦੇਖਣ ਨੂੰ, ਤੇ ਸਾਨੂੰ ਸਾਰੇ ਫੈਸਿਲਿਟੀਜ਼ ਉਰੇ ਅਵੇਲੇਬਲ ਹੈਗੀ।